ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮੀ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀਆਂ ਮੁੱਖ ਖਬਰਾਂ। ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਕਾਰ ਹੋਈ 5ਵੀਂ ਮੀਟਿੰਗ ਵੀ ਰਹੀ ਬੇਸਿੱਟਾ। ਅਗਲੀ ਬੈਠਕ 9 ਦਸੰਬਰ ਨੂੰ। ਗੁਰਪ੍ਰੀਤ ਘੁੱਗੀ ਨੇ ਕੰਗਨਾ ਰਣੌਤ ਨੂੰ ਮੀਡੀਆ ਦੇ ਸਾਹਮਣੇ ਦਿੱਤਾ ਮੂੰਹ ਤੋੜ ਜਵਾਬ। ਕਿਸਾਨਾਂ ਅੱਗੇ ਝੁਕਾਇਆ ਸਿਰ। ਕਿਸਾਨਾਂ ਦਾ ਸਿਦਕ ਤੇ ਸਬਰ ਦੇਖ ਤਿਲ ਮਿਲਾਈ ਸਰਕਾਰ। ਰਚੀ ਵੱਡੀ ਸਾਜ਼ਿਸ਼, ਦਿੱਲੀ ਦੇ ਹਰ ਪਾਸੇ ਫੋਰਸ। ਟਰੱਕ ਤੋਂ ਛਾਲ ਮਾਰ ਹਰਿਆਣਾ ਪੁਲਿਸ ਨੂੰ ਭਾਜੜਾ ਪਵਾਉਣ ਵਾਲੇ ਨੌਜਵਾਨ ਨੇ ਵੱਡੇ ਕਾਫਲੇ ਸਮੇਤ ਫਿਰ ਖਿੱਚੀ ਦਿੱਲੀ ਨੂੰ ਤਿਆਰੀ। ਬਣਾਈ ਨਵੀਂ ਰਣਨੀਤੀ। ਦਿੱਲੀ ਦੇ ਹੱਕ 'ਚ ਜਲਦ ਹੀ ਪਹੁੰਚਣਗੇ ਦਿੱਲੀ ਬਾਈਕ ਰਾਈਡਰਸ। ਸ਼ਵੇਤ ਮਲਿਕ ਦੇ ਘਰ ਦੇ ਅੱਗੇ ਕੱਢੀ ਬਾਈਕ ਰਾਈਡ। ਹੜਤਾਲ ਤੇ ਬੈਠੇ ਭਾਜਪਾ ਲੀਡਰ ਦਾ ਮਿੰਟੀ ਕੌਰ ਨੇ ਸ਼ਰੇਆਮ ਕੱਢਿਆ ਜਲੂਸ। ਪੁਲਿਸ ਨੇ ਮਿੰਟੀ ਕੌਰ ਨੂੰ ਕੀਤਾ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਕਿਸਾਨ ਜਥੇਬੰਦੀਆਂ ਦੇ ਕੇਂਦਰ ਵਿਚਕਾਰ ਹੋਈ 5ਵੀਂ ਮੀਟਿੰਗ ਇੱਕ ਵਾਰ ਫਿਰ ਬੇਸਿੱਟਾ ਰਹੀ। ਕੇਂਦਰ ਨੇ ਅਗਲੀ ਬੈਠਕ 9 ਦਸੰਬਰ ਨੂੰ ਸੱਦੀ ਹੈ। ਹੁਣ ਕਿਸਾਨਾਂ ਨੇ ਕਿਹਾ ਕਿ ਅਗਲੀ ਮੀਟਿੰਗ 'ਚ ਸਿਰਫ ਹਾਂ ਜਾਂ ਨਾ ਦਾ ਜਵਾਬ ਮੰਗਿਆ ਜਾਵੇਗਾ, ਹੋਰ ਕੋਈ ਗੱਲ ਨਹੀਂ ਕੀਤੀ ਜਾਵੇਗੀ। ਪਹਿਲਾਂ ਦੇਖੋ ਕਿਸਾਨਾਂ ਦਾ ਕੀ ਕਹਿਣਾ ਹੈ। क्योंकि सरकार जिहड़ी आ वो कहती सानू समय चाहिए। सरकार कहती आ भी ये जिहड़े रद्द करने वास्ते सानू ऊपर पुछना। ਪ੍ਰੈਸ ਕਾਨਫਰੰਸ ਅਸੀਂ ਸਮਾਂ ਨਹੀਂ ਦੇਣਾ। ਅਸੀਂ ਹੁਣ ਟੇਬਲ ਟਾਕ ਦੀ ਸੰਘਰਸ਼ ਤਿੱਖਾ ਕਰਨਾ। ਫਿਰ ਅੱਜ ਨਵੀਂ ਮੀਟਿੰਗ ਦਾ ਏਜੰਡਾ ਕਿਉਂ ਰੱਖਿਆ ਗਿਆ? ਅਸੀਂ ਇਹ ਸਮਝਦੇ ਹਾਂ ਸਰਕਾਰ ਰੱਦ ਕਰਨੇ ਨੂੰ ਸੋਚ ਰਹੀ ਹੈ ਤੇ ਸਾਨੂੰ ਇਹ ਗੱਲ ਤੋੜ ਕੇ ਨਹੀਂ ਜਾਣਾ ਚਾਹੀਦਾ। ਅਸੀਂ ਟੇਬਲ ਟਾਕ ਤੋਂ ਨਹੀਂ ਭੱਜਾਂਗੇ। ਸਰਕਾਰ ਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਉਹ ਕਹਿਣ ਕਿ ਇਹ ਜਿਹੜੇ ਆ ਟੇਬਲ ਟਾਕ ਤੋਂ ਭੱਜ ਰਹੇ ਨੇ। ਇਸ ਕਰਕੇ ਅਸੀਂ ਜਿਹੜੀ 9 ਤਰੀਕ ਵਾਲੀ ਮੀਟਿੰਗ ਨੂੰ ਮੰਨ ਲਿਆ। ਇਹ ਤਖਤੀਆਂ ਇਸ ਕਰਕੇ ਜਦੋਂ ਚਾਹ ਦੇ ਟਾਈਮ ਕੀ ਟਾਈਮ ਹੋਇਆ ਤੇ ਸਰਕਾਰ ਜਦੋਂ ਮੁੜ ਕੇ ਆਈ ਗਈ ਕਿ ਉਹ ਤੋਂ ਪਹਿਲਾਂ ਅਸੀਂ ਮੌਨ ਧਾਰ ਲਿਆ ਸੀ। ਅਸੀਂ ਕੁਰਸੀਆਂ ਪਿੱਛੇ ਕਰਤੀਆਂ, ਮਾਈਕ ਨੀਚੇ ਕਰ ਦਿੱਤੇ ਔਰ ਜਦੋਂ ਦੁਬਾਰਾ ਆਏ ਅਸੀਂ ਕਿਹਾ ਹੁਣ ਬੋਲਣਾ ਨਹੀਂ, ਸਿਰਫ ਯੈਸ ਔਰ ਨੋ ਲੈਣੀ ਆ। ਤੁਸੀਂ ਕਾਨੂੰਨ ਰੱਦ ਕਰੋਗੇ ਜਾਂ ਨਹੀਂ? ਇਸ ਕਰਕੇ ਯੈਸ ਔਰ ਨੋ ਦੀਆਂ ਤਖਤੀਆਂ ਲਿਖ ਕੇ ਹੱਥ 'ਚ ਫੜ ਲਈਆਂ। ਅਸੀਂ ਕਿਹਾ ਅਸੀਂ ਬੋਲਾਂਗੇ ਨਹੀਂ। ਤੇ ਫਿਰ ਸਰਕਾਰ ਨੇ ਗੱਲ ਕਹੀ ਕਿ ਅਸੀਂ ਚਰਚਾ ਕਰਾਂਗੇ। ਇਹ ਰੱਦ ਕਰਨ ਵਾਸਤੇ ਸਾਨੂੰ ਆਪਣੀ ਸਰਕਾਰ 'ਚ ਰਾਜਾਂ 'ਚ ਗੱਲ ਕਰਨ ਦਾ ਸਾਨੂੰ ਟਾਈਮ ਦਿਓ। ਭਾਰਤ ਬੰਦ ਦਾ ਐਲਾਨ ਉਹ ਕਾਇਮ ਰਹੇਗਾ 8 ਤਰੀਕ ਨੂੰ? ਬਿਲਕੁਲ ਕਾਇਮ ਰਹੇਗਾ। ਇਸੇ ਕਰਕੇ ਉਹ ਮੀਟਿੰਗ ਪਹਿਲਾਂ 7 ਦੀ ਰੱਖਦੇ ਸੀ, ਫਿਰ ਉਹਨਾਂ ਨੂੰ ਕਿਹਾ 2 ਦਿਨ ਵੱਧ ਲੈ ਲਓ, ਫਿਰ ਉਹ ਕਹਿੰਦੇ 8 ਦੀ ਰੱਖ ਲਓ। ਪਰ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਕਿ 8 ਤਰੀਕ ਨੂੰ ਸਾਡਾ ਬੰਦ ਹੈ। ਜਦ ਅਸੀਂ ਆਪ ਬੰਦ ਕਰਕੇ ਬੈਠੇ ਹੋਵਾਂਗੇ ਤਾਂ ਆਪ ਕਿਵੇਂ ਆਵਾਂਗੇ ਮੀਟਿੰਗ ਨੂੰ? ਇਸ ਕਰਕੇ ਮੀਟਿੰਗ 9 ਦੀ ਕਰ ਲਓ। ਅਸੀਂ ਆਪ ਕੋਈ ਗੱਲ ਨਹੀਂ ਹੋਈ। ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕੰਗਨਾ ਰਣੌਤ ਨੂੰ ਮੀਡੀਆ ਦੇ ਸਾਹਮਣੇ ਮੂੰਹ ਤੋੜ ਜਵਾਬ ਦਿੱਤਾ ਅਤੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਮੋਦੀ ਨੂੰ ਲਾਂਤਾਂ ਵੀ ਪਾਈਆਂ। ਤਾਂ ਉੱਥੇ ਕੁਝ ਕਰਨਾ ਹੀ ਨਹੀਂ ਪੈ ਰਿਹਾ। ਪੰਜਾਬ ਤਾਂ ਸ਼ੁਰੂ ਹੋਇਆ ਸੀ, ਬਸ ਹੁਣ ਲੋਕੀ ਪੰਜਾਬੀਆਂ ਨੂੰ ਤੇ ਹਰਿਆਣੇ ਵਾਲੇ, ਰਾਜਸਥਾਨ ਵਾਲੇ ਸਾਰੇ ਕਹਿ ਰਹੇ ਵੀਰੇ ਤੁਸੀਂ ਸ਼ਾਂਤ ਹੋ ਕੇ ਬਹਿ ਜਾਓ, ਤੁਹਾਡੇ ਛੋਟੇ ਭਰਾ ਆ ਗਏ ਨੇ। ਉੱਥੇ ਪੰਜਾਬ ਨੂੰ ਹਰ ਸਟੇਟ ਆਪਣਾ ਵੱਡਾ ਭਰਾ ਦੱਸ ਰਹੀ ਹੈ ਔਰ ਉਹ ਕਹਿ ਰਹੇ ਨੇ ਕਿ ਵੱਡੇ ਵੀਰੋ ਤੁਸੀਂ ਹੁਣ ਬਹਿ ਜਾਓ। ਹੁਣ ਰਾਜਸਥਾਨ ਆ ਗਿਆ, ਹਰਿਆਣਾ ਆ ਗਿਆ, ਉਤੋਂ ਯੂਪੀ ਆ ਗਿਆ, ਉੱਤਰਾਖੰਡ ਆ ਰਿਹਾ। ਉਹ ਯਾਰ ਇਹਨਾਂ ਨੇ ਕੰਟਰੀ ਇੱਕ ਕਰ ਦਿੱਤੀ। ਬਹੁਤ ਸ਼ੁਕਰੀਆ ਤੁਹਾਡਾ। ਉਹ ਤੁਸੀਂ ਦੇਸ਼ ਇੱਕ ਕਰਤਾ। ਕਿਸੇ ਨੂੰ ਪਤਾ ਹੀ ਨਹੀਂ ਉੱਥੇ ਕੌਣ ਮੁਸਲਮਾਨ, ਕੌਣ ਹਿੰਦੂ, ਕੌਣ ਈਸਾਈ, ਕੌਣ ਕ੍ਰਿਸਚਨ, ਉੱਥੇ ਕੁਛ ਨਹੀਂ ਪਤਾ। ਜੀ ਹੋਰ ਦੇਖਿਏ ਤੁਸੀਂ ਹਰਿਆਣੇ ਦੇ ਲੋਕ ਜਿਵੇਂ ਪੰਜਾਬ ਨੂੰ ਹੱਥ ਜੋੜਦੇ ਪਏ ਨੇ ਕਿ ਪੰਜਾਬ ਤੋਂ ਦੁੱਧ ਨਾ ਲੈ ਕੇ ਆਓ, ਪੰਜਾਬ ਤੋਂ ਰਾਸ਼ਨ ਨਾ ਲੈ ਕੇ ਆਓ। ਇੱਕ ਬੰਦਾ ਬੜਾ ਇਮੋਸ਼ਨਲ ਮੈਂ ਦੇਖਿਆ ਹੋਇਆ ਵੇ, ਹੱਥ ਜੋੜ ਰਿਹਾ ਸੀ, ਕਹਿੰਦਾ ਭਾਈ जिस दिन हरियाणा में खत्म हो जाएगा ना राशन पानी दूध, उस दिन खुद बोल देंगे आपको, उस दिन लेके आ जाना भाई हरियाणा में भी आपके लिए दूध भी है, राशन भी है, भाई हमें शर्मिंदा मत करो। बड़ी किन्नी सोहनी गल कर रहा है कि सानू शर्मिंदा ना करो। इत्थों कितों लियाउण दी लोड़ नहीं। कहते जदों हरियाणे 'चों दुੱਧ ਮੁੱਕ ਗਿਆ, ਰਾਸ਼ਨ ਮੁੱਕ ਗਿਆ, ਉਦੋਂ ਪੰਜਾਬ ਤੋਂ ਮੰਗਾਇਓ। ਯਾਰ ਇਸ ਤੋਂ ਵੱਡੀ ਮੈਂ ਕਹਿੰਦਾ ਨੈਸ਼ਨਲ ਇੰਟੈਗ੍ਰੇਸ਼ਨ ਕਦੇ ਦੇਖੀ ਨਹੀਂ। ਸ਼ੁਕਰ ਹੈ ਇਹ ਮੌਕਾ ਆਇਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿੰਨਾ ਮਰਜ਼ੀ ਧਰਮ ਦੇ ਨਾਂ ਤੇ ਵੰਡ ਲਓ, ਜਦੋਂ ਗੱਲ ਦੇਸ਼ ਦੀ ਆਬਰੂ, ਆਨ, ਇਮਾਨ, ਸ਼ਾਨ ਤੇ ਇੱਜ਼ਤ ਤੇ ਆਉਂਦੀ ਹੈ ਉਦੋਂ ਸਾਰਾ ਭਾਰਤ, ਸਾਰਾ ਇੰਡੀਆ ਇਕੱਠਾ ਹੈ। ਲੋਕ ਤੁਹਾਨੂੰ ਲੱਗਦਾ ਕਿ ਗੱਲ ਦਾ ਬਿਨਾਂ ਫੈਸਲਾ ਕੀਤੇ ਗੱਲ ਕਦੇ ਮੁੱਕ ਸਕਦੀ ਹੈ? ਸੋ ਗੱਲ ਤਾਂ ਐਂਡ ਤੇ ਲਾਉਣੀ ਪੈਣੀ
ਨਹੀਂ ਇਹਨਾਂ ਨੂੰ ਭਾਜੀ, ਗੱਲ ਤਾਂ ਸਿਰੇ ਲੱਗੇਗੀ ਤਾਂ ਗੱਲ ਮੁੱਕੇਗੀ ਭਾਜੀ। ਬਿਲਕੁਲ ਭਾਜੀ, ਉਸੇ ਗੱਲ ਦੀ ਤਾਂ ਅੱਜ ਤੱਕ ਲਿਹਾਜ਼ ਹੋਈ, ਉਸੇ ਗੱਲ ਦੀ ਇੱਜ਼ਤ ਹੋਈ ਹੈ। ਵਰਨਾ ਕੋਈ ਭਾਜੀ ਕੂਕ ਮਾਰ ਕੇ ਲੰਘ ਜੇ, ਇਹ ਕਦੇ ਹੋ ਸਕਦਾ ਭਾਜੀ? ਲੋਕਾਂ ਦੇ ਸਾਡੀ ਤਾਂ ਗਲੀ 'ਚੋਂ ਭਾਜੀ ਕੋਈ ਮੋਟਰਸਾਈਕਲ ਦੀ ਦੁੱਕ ਕਰਕੇ ਲੰਘ ਜੇ, ਲੋਕੀ ਕਹਿੰਦੇ ਇਹ ਤਾਂ ਸਲੰਸਰ ਦਾ ਵਾਲਾ, ਨਹੀਂ ਤਾਂ ਲਾਉਣਾ ਆਉਂਦਾ ਸਾਨੂੰ। ਇੱਥੇ ਤਾਂ ਲੋਕ ਉਹ ਨਹੀਂ ਛੇਤੀ ਬਰਦਾਸ਼ਤ ਕਰਦੇ। ਐਡੀ ਵੱਡੀ ਗੱਲ ਕਹਿ ਗਈ, ਸਬਰ ਹੀ ਸੀਗਾ ਵੀ ਚੱਲ ਇੱਕ ਲੜਕੀ ਹੈ, ਇਹਨੂੰ ਹੁਣ ਕੀ ਉਹਦੇ ਮੂੰਹ 'ਚ ਗੰਦ ਹੋ ਸਕਦਾ ਹੈ, ਸਾਡੇ ਲੋਕਾਂ ਦੇ ਮੂੰਹ 'ਚ ਇੰਨੀ ਜਲਦੀ ਕਿਸੇ ਔਰਤ ਲਈ ਗੰਦ ਨਹੀਂ ਆ ਸਕਦਾ, ਕਿਉਂਕਿ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸੰਦੇਸ਼ ਹੀ ਇਹ ਦਿੱਤਾ ਸੀ, ਸੇ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਸੋ ਇਹ ਸੰਦੇਸ਼ ਹੀ ਕੁਦਰਤ ਸਾਨੂੰ ਬਾਬੇ ਸਾਡੇ ਉਹ ਦੇ ਗਏ ਨੇ। ਸਾਡੇ ਕੋਲੋਂ ਬਹੁਤ ਜਲਦੀ ਇੰਨਾ ਗੰਦਾ ਬੋਲਿਆ ਨਹੀਂ ਜਾਂਦਾ ਜਿੰਨਾ ਬੋਲਦੀ। ਕੋਈ ਨਹੀਂ, ਉਹਨੂੰ ਰੱਬ ਸਮਤ ਦੇਵੇ। ਦਿੱਲੀ 'ਚ ਕਿਸਾਨਾਂ ਦਾ ਸਬਰ ਅਤੇ ਜਜ਼ਬਾ ਵੇਖ ਕੇਂਦਰ ਨੇ ਚਾਰੇ ਪਾਸੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ। ਫੋਰਸ ਦੇ ਵੱਡੇ ਸਵਾਲ ਪੈਦਾ ਹੁੰਦੇ ਨੇ। ਦਿੱਲੀ ਤੋਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣ ਲਈ ਦਿੱਲੀ ਮੌਜੂਦ ਨੇ ਮੇਰੇ ਸਹਿਯੋਗੀ ਗੁਰਵਿੰਦਰ। ਆਓ ਦੇਖਦੇ ਹਾਂ ਦਿੱਲੀ ਦੀਆਂ ਕੁਝ ਤਸਵੀਰਾਂ। ਦੇਖ ਰਹੇ ਹੋ ਤੇ ਮੈਂ ਹਾਂ ਗੁਰਵਿੰਦਰ। ਅਸੀਂ ਸਿੰਘੂ ਬਾਰਡਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਜੋ। ਇੱਕ ਪਾਸੇ ਸਿਕਿਉਰਿਟੀ ਜਿਹੜੀ ਆ ਉਹ ਹੋਰ ਵਧਾ ਦਿੱਤੀ ਗਈ ਹੈ ਤੇ ਬੈਰੀਗੇਡ ਜਿਹੜੇ ਆ ਉਹਨੂੰ ਹੋਰ ਮਤਲਬ ਮਜ਼ਬੂਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਅਸੀਂ ਤੁਹਾਨੂੰ ਆਹ ਤਸਵੀਰਾਂ ਦਿਖਾਉਂਦੇ ਹਾਂ। ਰਿਸ਼ੀ ਜੀ ਨੂੰ ਮੈਂ ਕਹਾਂਗਾ ਕਿ ਇੱਧਰ ਵਾਲੀਆਂ ਤਸਵੀਰਾਂ ਵੀ ਦਿਖਾਈਆਂ ਜਾਣ। ਇਹ ਤਸਵੀਰਾਂ ਨਿਹੰਗ ਸਿੰਘਾਂ ਨੇ ਛਾਉਣੀ ਵਿੱਚ ਖੁਦ ਨੂੰ ਤਬਦੀਲ ਕਰ ਲਿਆ ਹੈ ਤੇ ਨਾਲ ਦੀ ਨਾਲ ਹੀ ਉਸ ਤੋਂ ਪਿੱਛੇ ਜਿਹੜਾ ਵਾ ਉਹ ਪੂਰਾ ਧਰਨਾ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਸ਼ਿਫਟ ਕਰ ਦਿੱਤਾ ਗਿਆ ਹੈ। ਯਾਨੀ ਉੱਥੇ ਸਟੇਜ ਲੱਗੀ ਹੋਈ ਹੈ ਪਿੱਛੇ, ਤੇ ਇਸ ਸਟੇਜ ਤੋਂ ਪਿੱਛੇ ਜਿਹੜਾ ਉਹ ਟਰਾਲੀਆਂ ਦਾ ਲੰਮਾ ਕਾਫਿਲਾ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਲੰਮਾ ਜਾਮ ਜਿਹੜਾ ਉਹ ਦੇਖਣ ਨੂੰ ਮਿਲ ਜਾਵੇਗਾ। ਤੁਹਾਨੂੰ ਦੱਸ ਦਿੰਦੇ ਆ, ਅੱਜ ਲਗਾਤਾਰ 10ਵਾਂ ਦਿਨ ਹੋ ਗਿਆ ਹੈ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ, ਪਰ ਖੇਤੀ ਬਿੱਲਾਂ ਨੂੰ ਲੈ ਕੇ ਹੁਣ ਤੱਕ ਕੋਈ ਵੀ ਵਿਚਲਾ ਰਾਸਤਾ ਜਿਹੜਾ ਉਹ ਨਹੀਂ ਨਿਕਲ ਸਕਿਆ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਨੇ ਤੇ ਦੂਜੇ ਪਾਸੇ ਲਗਾਤਾਰ ਜਿਹੜੇ ਹੈ ਉਹ ਫੌਜੀ ਵੀਰ ਵੀ ਡਟੇ ਹੋਏ ਨੇ, ਕਿਉਂਕਿ ਇਹਨਾਂ ਦੀ ਵੀ ਡਿਊਟੀ ਬਣਦੀ ਹੈ, ਇਹਨਾਂ ਵੀ ਆਪਣੀ ਡਿਊਟੀ ਕਰਨੀ ਹੁੰਦੀ ਹੈ, ਇਹ ਵੀ ਆਪਣੀ ਡਿਊਟੀ ਦੇ ਪਾਬੰਦ ਨੇ। ਪਰ ਇੱਕ ਹੁਣ ਸਮਾਂ ਇਹ ਆ ਗਿਆ ਹੈ, ਸਿਆਸਤ ਇੱਥੋਂ ਤੱਕ ਗਿਰ ਗਈ ਹੈ ਕਿ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਕਦੇ ਇੱਕ ਨਾਰਾ ਦਿੱਤਾ ਗਿਆ ਸੀ, ਹੁਣ ਜਵਾਨ ਜਿਹੜਾ ਉਹ ਕਿਸਾਨ ਦੇ ਸਾਹਮਣੇ ਹੀ ਖੜਾ ਹੈ ਤੇ ਉਹ ਜਿਹੜੇ ਜਵਾਨ ਨੇ ਉਹ ਵੀ ਕਿਸੇ ਨਾ ਕਿਸੇ ਕਿਸਾਨ ਦੇ ਹੀ ਪੁੱਤ ਹੋ ਸਕਦੇ ਨੇ। ਕਿਉਂਕਿ ਜ਼ਿਆਦਾਤਰ ਕੀ ਹੁੰਦਾ ਹੈ ਕਿ ਫੌਜ ਦੇ ਵਿੱਚ ਉਹੀ ਬੰਦਾ ਜਾਂਦਾ ਹੈ ਜਿਹੜਾ ਖੇਤੀ ਕਿਸਾਨੀ ਨਾਲ ਜੁੜਿਆ ਹੋਇਆ ਹੈ, ਜਿਹੜਾ ਮਜ਼ਦੂਰ ਵਰਗ ਨਾਲ ਜੁੜਿਆ ਹੋਇਆ ਹੈ, ਜਿਹੜਾ ਕਿਰਤੀਆਂ ਨਾਲ ਜੁੜਿਆ ਹੋਇਆ, ਜਿਹੜਾ ਜ਼ਮੀਨ ਨਾਲ ਜੁੜਿਆ ਹੋਇਆ ਹੈ। ਜੇਕਰ ਗੱਲ ਕੀਤੀ ਜਾਵੇ ਸ਼ਹਿਰੀ ਤਬਕੇ ਦੀ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਅਫਸਰਸ਼ਾਹੀ ਤਬਕੇ ਦੀ, ਤਾਂ ਉਹ ਫੌਜ ਵਿੱਚ ਜਾਣਾ ਬਹੁਤ ਘੱਟ ਪਸੰਦ ਕਰਦੇ ਨੇ। ਤੁਹਾਨੂੰ ਦੱਸ ਦਿੰਦੇ ਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀ 5ਵੇਂ ਗੇੜ ਦੀ ਮੀਟਿੰਗ ਸੀਗੀ ਉਹ ਵੀ ਬੇਸਿੱਟਾ ਰਹੀ। ਉਸ ਮੀਟਿੰਗ ਦੇ ਵਿੱਚ ਵੀ ਕੋਈ ਸਥਾਈ ਹੱਲ ਜਿਹੜਾ ਹੈ ਉਹ ਖੇਤੀ ਬਿੱਲਾਂ ਦਾ ਨਹੀਂ ਨਿਕਲ ਸਕਿਆ, ਖੇਤੀ ਕਾਨੂੰਨਾਂ ਦਾ ਨਹੀਂ ਨਿਕਲ ਸਕਿਆ। ਹਾਲਾਂਕਿ ਕੇਂਦਰ ਸਰਕਾਰ ਥੋੜੀ ਝੁਕਦੀ ਨਜ਼ਰ ਆਈ। ਉਹਨਾਂ ਨੇ ਕਿਹਾ ਕਿ ਜਿਹੜੇ ਬਿਜਲੀ ਦਾ ਕਾਨੂੰਨ ਸੀਗਾ, ਜਿਹੜਾ ਪ੍ਰਦੂਸ਼ਣ ਦਾ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਸਰਕਾਰ, ਉਸ ਨੂੰ ਰੱਦ ਕੀਤਾ ਜਾਵੇਗਾ, ਉਸ ਬਿੱਲ ਨੂੰ ਰੱਦ ਕਰ ਦਿੱਤਾ ਜਾਵੇਗਾ। ਤੇ ਜਿਹੜੇ 3 ਖੇਤੀ ਕਾਨੂੰਨ ਜਿਹੜੇ ਆ ਬਣਾਏ ਗਏ ਆ, ਉਹਨਾਂ ਕਾਨੂੰਨਾਂ ਦੇ ਵਿੱਚ ਜਿਹੜੇ ਕਿਸਾਨਾਂ ਦੀ ਮੰਗ ਹੈ 99% ਤੱਕ ਸੋਧ ਕਰ ਦਿੱਤੀ ਜਾਵੇਗੀ। ਪਰ ਕਿਸਾਨ ਇਸ ਗੱਲ ਤੇ ਅੜੇ ਨੇ ਕਿ ਜੇਕਰ 99% ਸੋਧ ਕਰ ਦਿੱਤੀ ਜਾਂਦੀ ਹੈ ਤੇ 1% ਲਈ ਉਹ ਕਾਨੂੰਨ ਰੱਖੇ ਕਿਉਂ ਜਾ ਰਹੇ ਨੇ, ਉਸ ਦੇ ਵਿੱਚ ਆਖਰ ਕੇਂਦਰ ਸਰਕਾਰ ਦਾ ਕੀ ਇੰਟਰਸਟ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਲੈ ਕੇ ਆਏ ਗਏ ਨੇ। ਇਹ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੀ ਹੈ। ਮੀਡੀਆ ਦਾ ਜਮਾਵੜਾ ਜਿਹੜਾ ਉਹ ਵੀ ਤੁਸੀਂ ਵੱਡੇ ਪੱਧਰ ਤੇ ਇਸ ਧਰਨੇ ਦੇ ਵਿੱਚ ਦੇਖ ਸਕਦੇ ਹੋ। ਤੇ ਹੋਰ ਦੀ ਹੋਰ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਸਿੰਘੂ ਬਾਰਡਰ ਤੋਂ ਲਾਈਵ ਦੇਖ ਰਹੇ ਹੋ। ਇੱਕ ਪਾਸੇ ਜਿਹੜਾ ਸਿਕਿਉਰਿਟੀ ਆ ਉਸ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਸਿਕਿਉਰਿਟੀ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਉਹ ਅੱਜ ਲਗਾਤਾਰ 10ਵੇਂ ਦਿਨ ਵੀ ਜਾਰੀ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਫਿਰ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਣੀ ਹੈ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਜਿਹੜੀ 9 ਤਰੀਕ ਨੂੰ ਮੀਟਿੰਗ ਹੋਣ ਵਾਲੀ ਹੈ ਉਸ ਦੇ ਵਿੱਚ ਕੀ ਕੁਝ ਕੇਂਦਰ ਦੇ ਸਾਹਮਣੇ ਮੰਗਾਂ ਰੱਖੀਆਂ ਜਾਂਦੀਆਂ ਨੇ ਜਾਂ ਫਿਰ ਰਣਨੀਤੀ ਅਗਲੀ ਜਿਹੜੀ ਹੈ ਉਹ ਤਿਆਰ ਕੀਤੀ ਜਾਵੇਗੀ ਅੱਜ ਦੀ ਮੀਟਿੰਗ ਦੇ ਵਿੱਚ। ਤੁਹਾਨੂੰ ਦੱਸ ਦਿੰਦੇ ਆ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ 5 ਗੇੜ ਦੀ ਮੀਟਿੰਗ ਹੋ ਚੁੱਕੀ ਹੈ ਤੇ ਜਿਹੜੀ 6ਵੇਂ ਗੇੜ ਦੀ ਮੀਟਿੰਗ ਹੈ ਉਹ ਹੁਣ 9 ਤਰੀਕ ਨੂੰ ਰੱਖੀ ਗਈ ਹੈ। ਜਿਹੜੀ 5ਵੇਂ ਗੇੜ ਦੀ ਮੀਟਿੰਗ ਸੀਗੀ ਉਸ ਦੇ ਵਿੱਚ ਕਿਸਾਨਾਂ ਨੇ ਯੈਸ ਜਾਂ ਨੋ ਯਾਨੀ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਲਈ ਕੇਂਦਰ ਸਰਕਾਰ ਨੂੰ ਕਿਹਾ। ਤੁਹਾਨੂੰ ਦੱਸ ਦਿੰਦੇ ਅੱਧੇ ਘੰਟੇ ਦੇ ਕਰੀਬ ਮੌਨ ਵਰਤ ਰੱਖ ਕੇ ਵੀ ਕਿਸਾਨ ਬੈਠੇ ਰਹੇ, ਉਹ ਬਿਲਕੁਲ ਨਹੀਂ ਬੋਲੇ। ਸਿਰਫ ਇਸ ਲਈ ਨਹੀਂ ਬੋਲੇ ਕਿਉਂਕਿ ਉਹ ਹਾਂ ਜਾਂ ਨਾ ਦੇ ਵਿੱਚ ਜਵਾਬ ਚਾਹੁੰਦੇ ਸੀਗੇ। ਅੱਛਾ, ਇੱਕ ਤਸਵੀਰ ਹੋਰ ਦਿਖਾਉਣ ਵਾਲੀ ਬਹੁਤ ਜ਼ਰੂਰੀ ਹੈ, ਰਿਸ਼ੀ ਨੂੰ ਮੈਂ ਕਹਾਂਗਾ ਜ਼ੂਮ ਕਰਕੇ ਦਿਖਾਉਣ। ਇਹ ਜਿਹੜੇ ਟੈਂਕਰ ਭਰ ਕੇ ਖੜੇ ਨੇ ਕੈਂਟਰ, ਇਹਨਾਂ ਕੈਂਟਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਿੱਟੀ ਭਰੀ ਹੋਈ ਹੈ ਤੇ
ਥੱਲੇ ਪਾਣੀ ਚੋ ਰਿਹਾ। ਪਾਣੀ ਚੋਣ ਦਾ ਇੱਕ ਬਹੁਤ ਵੱਡਾ ਕਾਰਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੇ ਵਿੱਚ ਪਾਣੀ ਪਾ ਕੇ ਹੋਰ ਇਹਨਾਂ ਨੂੰ ਭਾਰੇ ਕਰ ਦਿੱਤਾ ਗਿਆ ਹੈ ਕਿ ਜਿਹੜੇ ਕਿਸਾਨ ਹੈ ਉਹ ਇਸ ਨੂੰ ਖਿੱਚ ਧੂ ਕੇ ਇੱਧਰੋਂ ਉੱਧਰ ਨਾ ਕਰ ਸਕਣ। ਤੇ ਜਿਹੜੀ ਸਿਕਿਉਰਿਟੀ ਆ ਹਾਲੇ ਤੱਕ ਜਿਹੜੇ ਤੁਸੀਂ ਸਾਈਡ ਦੇ ਬੈਰੀਗੇਡ ਦੇਖ ਰਹੇ ਹੋ ਘੱਟ ਤੋਂ ਘੱਟ ਇਹ ਬੈਰੀਗੇਡ ਨਹੀਂ ਸੀਗੇ, ਪਰ ਹੁਣ ਇਹ ਬੈਰੀਗੇਡ ਜਿਹੜੇ ਆ ਉਹ ਵੀ ਇੰਪਲੀਮੈਂਟ ਕਰ ਦਿੱਤੇ ਗਏ ਨੇ। ਤੇ ਪੈਰਾਮਿਲਟਰੀ ਫੋਰਸ, ਰੈਪਿਡ ਐਕਸ਼ਨ ਫੋਰਸ ਦੀਆਂ ਟੀਮਾਂ ਤੇ ਦਿੱਲੀ ਪੁਲਿਸ ਦੇ ਨਾਲ ਹੋਰ ਵੀ ਸੁਰੱਖਿਆ ਬਲ ਜਿਹੜੇ ਨੇ ਉਹ ਇੱਥੇ ਤਾਇਨਾਤ ਕਰ ਦਿੱਤੇ ਗਏ ਨੇ, ਯਾਨੀ ਸਿਕਿਉਰਿਟੀ ਦੇ ਜਿਹੜੇ ਨੇ ਉਹ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ 9 ਤਰੀਕ ਨੂੰ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ, ਕੀ ਖੇਤੀ ਕਾਨੂੰਨਾਂ ਤੋਂ ਪਿੱਛੇ ਹਟਦੀ ਹੈ ਕੇਂਦਰ ਸਰਕਾਰ ਜਾਂ ਫਿਰ ਉਹ ਆਪਣੀ ਅੜੀ ਤੇ ਬਣੀ ਰਹਿੰਦੀ ਹੈ, ਕਿਉਂਕਿ ਕਿਸਾਨ ਵੀ ਲਗਾਤਾਰ ਇੱਕ ਮਤਲਬ ਇਹੀ ਕਹਿ ਰਹੇ ਨੇ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਆਏ ਨੇ, ਇਸ ਦੇ ਵਿੱਚ ਸੰਸ਼ੋਧਨ ਕਰਨਾ ਜਿਹੜਾ ਵਾ ਉਹ ਉਹਨਾਂ ਨੂੰ ਮਨਜ਼ੂਰ ਨਹੀਂ। ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਅੱਜ ਗੁਰਦਾਸਪੁਰ ਤੋਂ ਸਾਡਾ ਪੰਜਾਬ ਫੈਡਰੇਸ਼ਨ ਨੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਖਾਣ ਪੀਣ ਲਈ ਰਾਸ਼ਨ, ਸੌਣ ਲਈ ਗੱਦੇ ਅਤੇ ਦਿੱਲੀ ਵਿੱਚ ਪੱਕੇ ਮੋਰਚੇ ਲਗਾਉਣ ਲਈ ਚਾਨਣੀਆਂ ਕਨਾਤਾਂ ਦਾ ਇੰਤਜ਼ਾਮ ਕੀਤਾ ਹੈ ਤਾਂ ਜੋ ਪੱਕੇ ਮੋਰਚੇ ਲਗਾਏ ਜਾਣ, ਕਿਉਂਕਿ ਇਹ ਸੰਘਰਸ਼ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਰੱਦ ਕਰੋ ਓਏ ਕਾਨੂੰਨ, ਰੱਦ ਕਰੋ ਓਏ ਕਾਨੂੰਨ, ਰੱਦ ਕਰੋ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜਿੱਦਾਂ ਕਿ ਤੁਹਾਨੂੰ ਸਭ ਨੂੰ ਲੰਬੇ ਸਮੇਂ ਤੋਂ ਪਤਾ ਹੀ ਹੈ ਕਿ ਪਹਿਲਾਂ ਜਿਹੜਾ ਪੰਜਾਬ 'ਚ ਸੰਘਰਸ਼ ਚੱਲ ਰਿਹਾ ਸੀ ਉਹ ਹੁਣ ਦਿੱਲੀ ਪਹੁੰਚ ਚੁੱਕਿਆ ਆ। ਦਿੱਲੀ ਸਰਕਾਰ ਨੂੰ ਪੂਰਨ ਤੌਰ ਤੇ ਪਿਛਲੇ 10 ਦਿਨਾਂ ਤੋਂ ਘੇਰਿਆ ਹੋਇਆ ਸਾਰੇ ਪੰਜਾਬ ਦੀ ਜਥੇਬੰਦੀਆਂ ਨੇ। ਅਸੀਂ ਗੁਰਦਾਸਪੁਰ ਤੋਂ ਉਪਰਾਲਾ ਕੀਤਾ ਸੀਗਾ ਸਾਰੇ ਨੌਜਵਾਨਾਂ ਨੇ, ਔਰ ਪਹਿਲਾਂ ਵੀ ਦੋ ਜਥੇ ਸਾਡੇ ਜਾ ਚੁੱਕੇ ਆ। ਅੱਜ ਸਾਡਾ ਤੀਸਰਾ ਜਥਾ ਜਾ ਰਿਹਾ ਹੈ। ਤਕਰੀਬਨ 60 ਤੋਂ 70 ਮੈਂਬਰ ਸਾਡੇ ਜਾ ਰਹੇ ਨੇ, ਔਰ ਵੱਖ-ਵੱਖ ਪਿੰਡਾਂ ਤੋਂ ਉੱਥੇ ਜੋ ਲੰਗਰ ਚੱਲਦੇ ਪਏ ਨੇ ਉਹਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਪਿੰਡਾਂ ਤੋਂ ਸੰਗਤਾਂ ਨੇ ਰਾਸ਼ਨ ਭੇਜਿਆ ਆ, ਦਵਾਈਆਂ ਭੇਜੀਆਂ ਨੇ, ਸੰਗਤਾਂ ਦੇ ਰਹਿਣ ਵਾਸਤੇ ਗੱਦੇ ਭੇਜੇ ਨੇ। ਉੱਥੇ ਇੱਕ ਪੱਕੇ ਤੌਰ ਤੇ ਜਿਹੜੇ ਮੇਰੇ ਵੀਰ ਥੋੜੇ ਦਿਨਾਂ ਵਾਸਤੇ ਜਾਂਦੇ ਨੇ ਉਹਨਾਂ ਵਾਸਤੇ ਰਹਿਣ ਦਾ ਇੰਤਜ਼ਾਮ ਅਸੀਂ ਕਰਾਂਗੇ। ਆਪਦੀਆਂ ਚਾਨਣੀਆਂ ਟੈਂਟ ਲਾ ਕੇ ਉਹਨਾਂ ਵਾਸਤੇ ਗੱਦਿਆਂ ਦਾ ਅਰੇਂਜਮੈਂਟ ਕੀਤਾ ਆ, ਔਰ ਵੱਖ-ਵੱਖ ਪਿੰਡਾਂ ਤੋਂ ਅੱਜ ਗੁਰਦਾਸਪੁਰ ਦੀ ਸੰਗਤ ਆਈ ਆ ਔਰ ਪੂਰੇ ਜੋਸ਼ ਦੇ ਵਿੱਚ ਨੇ, ਪੂਰੇ ਆਪਣੇ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਦੇ ਪਏ ਨੇ, ਜਿਹੜੀ ਸਾਨੂੰ ਲੋੜ ਵੀ ਆ ਕਿਉਂਕਿ ਇਹ ਸੰਘਰਸ਼ ਕਿਸਾਨੀ ਸੰਘਰਸ਼ ਆ, ਸਾਰਿਆਂ ਦਾ ਸਾਂਝਾ ਸੰਘਰਸ਼ ਆ, ਕਿਸੇ ਵੀ ਇੱਕ ਧਰਮ ਦੀ ਗੱਲ ਨਹੀਂ ਹੈਗੀ। ਔਰ ਦਿੱਲੀ ਦੇ ਵਿੱਚ ਤੁਸੀਂ ਇਕੱਠ ਵੇਖ ਹੀ ਸਕਦੇ ਹੋ ਕਿ ਕਿੰਨੇ ਵੱਡੇ ਲੈਵਲ ਤੇ ਪੰਜਾਬ ਤੋਂ ਸੰਗਤਾਂ ਪਹੁੰਚੀਆਂ ਨੇ, ਔਰ ਹੁਣ ਲਗਾਤਾਰ ਪਿੱਛੋਂ ਵੀ ਰਾਸ਼ਨ ਲੈ ਕੇ ਸੰਗਤਾਂ ਉਹਨਾਂ ਵਾਸਤੇ ਪਹੁੰਚ ਰਹੀਆਂ ਨੇ। ਜਿਹੜੀ ਵੀ ਚੀਜ਼ ਦੀ ਲੋੜ ਪੈ ਰਹੀ ਆ ਵੱਖ-ਵੱਖ ਪਿੰਡਾਂ ਤੋਂ ਜਥੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਸਾਡਾ ਪੰਜਾਬ ਫੈਡਰੇਸ਼ਨ ਵੀ ਇੱਕ ਉਪਰਾਲਾ ਕੀਤਾ ਆ ਕਿ ਗੁਰਦਾਸਪੁਰ ਤੋਂ ਵੱਡੇ ਪੱਧਰ ਦੇ ਉੱਤੇ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਜਾ ਰਹੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਥੇ ਜਾਂਦੇ ਰਹਿਣਗੇ, ਔਰ ਇਹ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾ ਕੇ ਹਟਾਂਗੇ। ਦੇਖੋ ਜੀ, ਅਜੇ ਤੱਕ ਜਿੰਨੇ ਵੀ ਪਿਛਲੇ ਰੂਲ ਲਾਗੂ ਹੋਏ ਸੀਗੇ ਮੋਦੀ ਨੇ ਲਾਗੂ ਕੀਤੇ ਨੇ। ਪਹਿਲਾਂ ਨੋਟਬੰਦੀ ਕੀਤੀ, GST ਲੱਗੀ, 370 ਐਕਟ ਹਟਿਆ, ਉਸ ਤੋਂ ਬਾਅਦ ਇਹ ਜਿਹੜੇ ਕਾਲੇ ਕਾਨੂੰਨ ਹੋਏ ਨੇ ਕਿਤੇ ਵੀ ਪਹਿਲਾਂ ਮੋਦੀ ਨੇ ਕੋਈ ਰਿਵਿਊ ਨਹੀਂ ਲਿਆ, ਔਰ ਹੁਣ ਇਹ ਜਿਹੜੀਆਂ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨੇ ਅਜੇ ਤੱਕ ਦੇ ਬੇਸਿੱਟਾ ਨੇ। ਪਰ ਕਿਤੇ ਨਾ ਕਿਤੇ ਹੁਣ ਸਰਕਾਰ ਦੇ ਉੱਤੇ ਪ੍ਰੈਸ਼ਰ ਇੰਨਾ ਕੁ ਜ਼ਿਆਦਾ ਆ ਕਿ ਉਹ ਆਪਣੇ ਦਿੱਤੇ ਸਮੇਂ ਤੋਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ। ਇਹ ਤੋਂ ਪਤਾ ਲੱਗਦਾ ਆ ਕਿ ਜਲਦੀ ਹੀ ਇਹਨਾਂ ਦਾ ਕੋਈ ਵਧੀਆ ਰਿਜ਼ਲਟ ਕਿਸਾਨਾਂ ਦੇ ਹੱਕ ਵਿੱਚ ਨਿਕਲੇਗਾ। ਜਿਹੜੇ ਅਸੀਂ ਹੱਕ ਲੈਣ ਵਾਸਤੇ ਉੱਥੇ ਬੈਠੇ ਆ, ਕਾਨੂੰਨ ਰੱਦ ਕਰਾਉਣ ਵਾਸਤੇ ਬੈਠੇ ਹੋਏ ਆ, ਉਹ ਰੱਦ ਕਰਾ ਕੇ ਹੀ ਉੱਠਾਂਗੇ। ਕਿਸਾਨ ਜਥੇਬੰਦੀਆਂ ਦੇ ਹੱਕ 'ਚ ਅੱਜ ਅੰਮ੍ਰਿਤਸਰ ਭਾਜਪਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਅੱਗੇ ਇੱਕ ਬਾਈਕ ਰਾਈਡ ਸ਼ੁਰੂ ਕੀਤੀ ਗਈ, ਜੋ ਅੰਮ੍ਰਿਤਸਰ ਦੇ ਵੱਖ-ਵੱਖ ਜਗ੍ਹਾਵਾਂ ਤੋਂ ਹੁੰਦਿਆਂ ਹੋਇਆ ਮੰਨਾ ਵਾਲਾ ਟੋਲ ਪਲਾਜ਼ਾ ਤੇ ਜਾ ਕੇ ਖਤਮ ਹੋਈ। ਬਾਈਕ ਰਾਈਡਸ ਨੇ ਦੱਸਿਆ ਕਿ ਉਹ ਜਲਦ ਹੀ ਹਜ਼ਾਰਾਂ ਤੋਂ ਵੱਧ ਬਾਈਕ ਲੈ ਕੇ ਦਿੱਲੀ ਜਾਣਗੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਲਾਉਣਗੇ। ਉਹ ਬਾਈਟ ਕੀਤੀ ਹੈ ਜੀ ਸੰਭਾਲ ਜੀ। ਅੱਜ ਰਾਈਡ ਕਰਨ ਜਾ ਰਹੇ ਹੋ, ਰਾਈਡ ਕਿੱਥੋਂ ਲੈ ਕੇ ਕਿੱਥੋਂ ਤੱਕ ਹੋਏਗੀ ਤੇ ਕੀ ਮਕਸਦ ਹੈ ਰਾਈਡ? ਇਹ ਸਾਡਾ ਇੱਥੋਂ ਸਰਕਟ ਹਾਊਸ ਤੋਂ ਅਸੀਂ ਤੁਰੇ ਹਾਂ। ਅਸੀਂ ਅਲਫਾ ਤੋਂ ਹੋ ਕੇ ਤੇ ਮੁੜ ਕੇ ਟੂਲ ਪਲਾਜ਼ਾ ਤੇ ਜਿਹੜਾ ਨਾਕਾ ਲੱਗਾ ਹੋਇਆ ਅਸੀਂ ਉੱਥੋਂ ਤੱਕ ਜਾਵਾਂਗੇ। ਸਾਡਾ ਮਤਲਬ ਜਾਣ ਦਾ ਮਕਸਦ ਇਹੋ ਹੀ ਆ ਵੀ ਇਹ ਕਿਸਾਨਾਂ ਦੇ ਨਾਲ ਸ਼ਹਿਰੀ ਲੋਕ ਵੀ ਜੁੜ ਗਏ ਹੋਏ ਨੇ। ਅਸੀਂ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਆ ਵੀ ਉੱਠੋ, ਘਰਾਂ ਤੋਂ ਨਿਕਲੋ, ਜਿੰਨੀ ਵੀ ਕਿਸੇ ਕੋਲ ਜੋ ਵੀ ਮਦਦ ਹੋ ਸਕਦੀ ਆ ਉਹਨਾਂ ਦੀ ਕਰੋ। ਠੀਕ ਹੈ, ਤੇ ਕੀ ਦਿੱਲੀ ਵੀ ਜਾਇਆ ਜਾ ਸਕਦਾ ਹੈ? ਹਾਂ, ਦਿੱਲੀ ਵੀ ਜਾਣ ਦਾ ਪ੍ਰੋਗਰਾਮ ਹੈਗਾ। ਸਾਡੇ 2 ਗਰੁੱਪ ਹੋ ਕੇ ਆਏ ਪਹਿਲਾਂ, ਹੁਣ ਅੱਗੋਂ ਦੇਖਾਂਗੇ ਕੀ ਪ੍ਰੋਗਰਾਮ ਬਣਦਾ ਉਸ ਤੋਂ ਬਾਅਦ। ਤੇ ਅੱਜ ਕਿੰਨੀ ਕੁ ਬਾਈਕ ਲੈ ਕੇ ਜਿਹੜਾ ਰਾਈਡ ਕਰਨ ਜਾ ਰਹੇ?
ਸਾਡੇ 40-50 ਮੋਟਰਸਾਈਕਲ ਹੈਗੇ ਨੇ ਜਿਹੜੇ ਕਰਾਂਗੇ। ਠੀਕ ਹੈ, ਤੇ ਕਿੱਥੇ ਖਤਮ ਹੋਏਗਾ ਇਹ ਜਾ ਕੇ ਟੂਲ ਪਲਾਜ਼ਾ ਮਾਨਾਵਾਲਾ ਦੇ ਹੋਏਗਾ ਖਤਮ। ਜਲੰਧਰ ਦੇ ਅੰਬੇਡਕਰ ਚੌਂਕ 'ਚ ਚਲਦੀ ਭੁੱਖ ਹੜਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਿੰਟੀ ਕੌਰ ਨਾਂ ਦੀ ਕੁੜੀ ਨੇ ਉੱਥੇ ਆ ਕੇ ਹੜਤਾਲ ਤੇ ਬੈਠੇ ਭਾਜਪਾ ਲੀਡਰ ਸ਼ੀਤਲ ਅਤੇ ਰਾਜਨ ਅਨੁਰਾਗ ਤੇ ਇਲਜ਼ਾਮ ਲਗਾ ਕੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਦੋਵਾਂ 'ਚ ਬਹਿਸ ਹੋਈ, ਪੁਲਿਸ ਨੇ ਮਿੰਟੀ ਕੌਰ ਨੂੰ ਹਿਰਾਸਤ 'ਚ ਲੈ ਲਿਆ। ਹੋ ਰਹੀ ਹੈ ਮੀਡੀਆ ਦੀ ਨਿਗਰਾਨੀ ਦੇ ਵਿੱਚ ਪੁਲਿਸ ਵੱਲੋਂ ਮੀਡੀਆ ਨੂੰ ਵੀ ਧਮਕਾਇਆ ਜਾ ਰਿਹਾ। ਮੇਰੀ ਸਕੂਟਰੀ ਉੱਤੇ ਖੜੀ ਲਾ ਅੱਜ ਫੇਰ ਉਹੀ ਕੰਮ ਹੋਇਆ, ਮਿੰਡੀ ਦੀ ਰਸਤ ਕਰ ਦਿੱਤਾ ਗਿਆ। ਮੈਂ ਕਿਹਾ ਸੀ ਨਾ ਗੁਰਪ੍ਰੀਤ ਸਿੰਘ ਭੁੱਲਰ, ਕਿਉਂਕਿ ਗੁਰਪ੍ਰੀਤ ਸਿੰਘ ਭੁੱਲਰ ਨੇ ਮੇਰੇ ਤੱਕ ਮੈਸੇਜ ਲਾਉਂਦਾ ਰਾਜੀਨਾਮਾ ਕਰ ਵਿਜੇ ਸਾਂਭ ਲਾਣਾ। ਅੱਜ ਤੱਕ ਮੈਨੂੰ ਇਹੋ ਹੀ ਮੈਸੇਜ ਲੱਗੇ ਨੇ, ਹੋਰ ਕੁਝ ਨਹੀਂ ਲੱਗਾ ਹੁਣ ਤੱਕ। ਸਿਰਫ ਇਸੇ ਗੱਲ ਕਰਕੇ ਹਮੇਸ਼ਾ ਮਿੰਟੀ ਚੱਕੀ ਜਾਂਦੀ ਬਣਾਓ ਤੁਸੀਂ, ਅਸੀਂ ਤੁਹਾਨੂੰ ਰੋਕਦੇ ਨਹੀਂ, ਬਣਾ ਜਵਾਬ ਦਿਓ। ਪਹਿਲਾਂ ਵੀ ਮੈਂ ਕੰਪਲੇਂਟ ਪੁਲਿਸ ਦੀਆਂ ਪਾ ਚੁੱਕੀ ਆ। ਜੇ ਜਲੰਧਰ ਪੁਲਿਸ ਮੇਰੇ ਨਾਲ ਧੱਕਾ ਕਰਦੀ ਆ ਕਿੱਥੇ ਆ? ਜੇ ਵਿਦਆਊਟ ਰਿਕਾਰਡ ਰੱਖਿਆ ਮੈਨੂੰ ਰੱਖਿਆ ਸੀ, ਇਹਨਾਂ ਨੂੰ ਨਹੀਂ। ਉਦੋਂ ਕੈਪਟਨ ਅਮਰਿੰਦਰ ਸਿੰਘ ਸਹੀ ਸੀਗਾ, ਉਦੋਂ ਕਾਂਗਰਸ ਸਰਕਾਰ ਸਹੀ ਸੀ। ਬਾਰ-ਬਾਰ ਨਾਰੇ ਕਿਉਂ ਲੱਗ ਰਹੇ ਨੇ ਕਿ ਤੁਸੀਂ ਦਲਿਤ ਵਿਰੋਧੀ ਹੋ? ਤੁਹਾਨੂੰ ਬਲੈਕਮੇਲਰ ਕਿਉਂ ਬਾਰ-ਬਾਰ ਕਿਹਾ ਜਾ ਰਿਹਾ? ਮੈਂ ਕਹਿੰਦੀ ਜੀ ਸਾਬਤ ਕਰਨ ਜਿਹੜੀਆਂ ਮੇਰੇ ਤੇ ਕੰਪਲੇਂਟ ਪਾਈਆਂ ਸੀ ਅੱਜ ਚੱਲਦੇ ਕਮਿਸ਼ਨਰ ਤੋਂ, ਕੱਢੋ ਕਿੱਥੇ ਕੰਪਲੇਂਟਸ ਨੇ। ਜਿਹੜਾ ਮੈਨੂੰ ਕਹਿੰਦੇ ਆ 1.5 ਲੱਖ ਦੇ ਫੋਨ ਲਈ ਫਿਰਦੀ ਆ, ਮੇਰੀ ਬੈਂਕ ਸਟੇਟਮੈਂਟ ਵੀ ਪੁਲਿਸ ਕੋਲ ਰਹਿੰਦੀ ਆ। ਕੀ ਉਹਨਾਂ ਦੀਆਂ ਅੱਖਾਂ ਨਹੀਂ, ਉਹਨਾਂ ਦਾ ਦਿਮਾਗ ਹੈ ਨਹੀਂ? ਇਹਨਾਂ ਨੇ ਵੀ ਮੇਰੀਆਂ ਕਢਾਈਆਂ ਨੇ। ਮੈਂ ਸਾਬਤ ਕਰਾਂਗੀ ਇਹਨਾਂ ਨੇ ਕੀ ਮੇਰਾ ਕਢਾਇਆ ਆ। ਹਰ ਚੀਜ਼ ਪੁਲਿਸ ਦੇ ਕਾਲ ਔਨ ਰਿਕਾਰਡ। ਔਰ ਮੈਂ ਤਾਂ ਖੁਦ ਕਹਿੰਦੀ ਮੇਰੀ ਕਾਲ ਹਿਸਟਰੀ ਰੱਖਿਆ ਕਰੋ ਲੈ ਕੇ। ਮੈਂ ਤਾਂ ਲਿਖਤੀ 'ਚ ਦਿੱਤਾ ਆ ਤੇ ਮੇਰੀ ਕਾਲ ਹਿਸਟਰੀ ਜਿਹੜੀ ਆ ਉਹ ਲੈ ਕੇ ਰੱਖੀ ਆ। ਸਾਰੇ ਨੰਬਰ ਮੇਰੇ ਪੁਲਿਸ ਕੋਲ ਹੁੰਦੇ ਨੇ। ਮੈਂ ਕਿੱਥੇ ਜਾਂਦੀ, ਕਿੱਥੋਂ ਆਉਂਦੀ, ਕੀ ਕਰਦੀ, ਪੁਲਿਸ ਨੂੰ ਇੱਕ ਮਿੰਟ ਦੀ ਇਨਫੋਰਮੇਸ਼ਨ ਇਹ ਰੱਖਦੇ। ਪੁਲਿਸ ਦੀ ਤਾਂ ਗੱਲ ਹੀ ਛੱਡ ਦੋ। ਮੈਨੂੰ ਬਲੈਕਮੇਲਰ ਕਹਿੰਦੇ, ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ? ਰੋਬਿਨ ਸਾਂਪਲਾ ਦੀ ਘਰ ਵਾਲੀ ਜਿਹੜੀ ਦੱਸਦੀ ਆ ਫਿਰ ਰੋਬਿਨ ਜਿਹੜਾ ਇਹਦੇ ਘਰ ਦੀ ਰੇਕੀ ਕਰਾਂਦਾ, ਪੁੱਛ ਲਓ ਵੀ ਤੁਸੀਂ ਕਿਉਂ ਮਾਰਨਾ ਚਾਹੁੰਦੇ? ਜੇ ਮੈਨੂੰ ਕਹਿੰਦੇ ਮਾਰਨਾ ਚਾਹੁੰਦੇ, ਮੈਂ ਇੱਕ ਬੰਦਾ ਉਹਦੇ ਨਾਂ ਤੇ ਹੁਣ ਕੰਪਲੇਂਟ ਪਾਉਣ ਲੱਗੀ ਆ, ਜਿੱਥੋਂ ਮੈਨੂੰ ਅੱਜ ਵੀ। ਇਸ ਬਾਬਤ ਕੀ ਸਫਾਈ ਦਿੱਤੀ ਬੀਜੇਪੀ ਦੇ ਲੀਡਰਾਂ ਨੇ, ਆਓ ਦੇਖਦੇ ਹਾਂ। सिर्फ वो फुटेज लेना ही है और उसका कोई मकसद नहीं है ना। वो दलित हितैषी है तो ना ही उसका कोई होर मकसद है। ਤੁਸੀਂ ਦੇਖ ਸਕਦੇ ਹੋ ਪਿਛਲੇ ਕਈ ਦਿਨਾਂ ਤੋਂ ਉਹਦਾ ਇੱਕ ਹੀ ਕੰਮ ਹੈ, ਤੁਸੀਂ ਉਹਦੀ ਫੇਸਬੁੱਕ ਖੋਲ ਲਓ, ਕੁਝ ਵੀ ਖੋਲ ਲਓ, ਜਿੱਥੇ ਫੁਟੇਜ ਮਿਲਦੀ ਹੋਵੇ ਉੱਥੇ ਉਹ ਲਾਈਵ ਹੋ ਕੇ ਬੈਠ ਜਾਂਦੀ ਹੈ। ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਉਹ ਬਲੈਕਮੇਲਰ ਨੇ। ਉਹ ਕਹਿੰਦੇ ਤੁਸੀਂ ਕਿਵੇਂ ਪ੍ਰੂਫ ਕਰ ਸਕਦੇ ਹੋ ਕਿ ਮੈਂ ਬਲੈਕਮੇਲਰ ਹਾਂ? ਇੱਕ ਮਿੰਟ ਗੱਲ ਸੁਣ ਲਓ। ਦੂਸਰੇ ਪਾਸੇ ਉਹ ਗੱਲ ਕਹਿ ਰਹੇ ਨੇ ਕਿ ਰੋਬਿਨ ਸਾਂਪਲਾ ਦੀ ਵਾਈਫ ਨੇ ਇਹ ਚੀਜ਼ ਪ੍ਰੂਫ ਕੀਤੀ ਹੈ, ਇਹ ਮੈਨੂੰ ਮਾਰਨ ਦੀਆਂ ਪਲੈਨਿੰਗਸ ਕਰ ਰਹੇ ਸੀ। ਤੁਸੀਂ ਉਹਨੂੰ ਕਿਵੇਂ ਕਰਦੇ? ਮੈਡਮ ਇਹ ਸਾਰੇ ਮੁੱਦੇ ਉਹ ਪਹਿਲੇ ਕੋਰਟ 'ਚ ਵੀ ਲੈ ਕੇ ਜਾ ਚੁੱਕੀ ਹੈ, ਕੰਪਲੇਂਟਾਂ ਵੀ ਕਰ ਚੁੱਕੀ ਆ ਔਰ ਅਸੀਂ ਇਹਨਾਂ ਕੰਪਲੇਂਟਾਂ ਦਾ ਜਵਾਬ ਵੀ ਦੇ ਚੁੱਕੇ ਹਾਂ। ਇੱਕ ਚੀਜ਼ 2 ਸਾਲ ਪੁਰਾਣੀ, ਉਹਨੂੰ ਅਸੀਂ ਬਾਰ-ਬਾਰ ਉਹਦਾ ਜਵਾਬ ਨਹੀਂ ਨਾ ਬਈ ਆਪਣੇ ਦੇ ਸਕਦੇ। ਅਗਰ ਉਹਨੂੰ ਲੱਗਦਾ ਹੈ ਕਿ ਕੋਈ ਮੁੱਦਾ ਉਹਦੇ ਖਿਲਾਫ ਹੈ, ਕੋਈ ਮੈਟਰ ਉਹਦੇ ਖਿਲਾਫ ਹੈ, ਕੋਰਟ ਹੈਗੀ ਹੈ, ਪੁਲਿਸ ਪ੍ਰਸ਼ਾਸਨ ਹੈਗਾ, ਇਹ ਸੰਸਥਾ ਡਾਕਟਰ ਅੰਬੇਦਕਰ ਵਿਚਾਰ ਮੰਚ, ਉਹਨੇ ਕੁਝ ਖਰਾਬੀ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਸਾਡੀ ਸ਼ਾਇਦ ਕੋਈ ਕਾਰਵਾਈ ਨਹੀਂ ਕਰਦੀ ਗਈ। ਭੰਗ ਕੀਤਾ ਗਿਆ, ਪਹਿਲਾਂ ਵੀ ਕੀਤਾ ਗਿਆ, ਪ੍ਰਸ਼ਾਸਨ ਕਾਰਵਾਈ। ਸਾਡਾ ਪ੍ਰਦਰਸ਼ਨ ਕੋਈ ਭੰਗ ਨਹੀਂ ਹੋਇਆ, ਸਾਡਾ ਅੰਤਿਮ ਦਿਨ ਸੀ। ਉਹਨੂੰ ਪਤਾ ਸੀ, ਉਹਨਾਂ ਨੇ ਅਸੀਂ ਸਰਕਾਰ ਨੂੰ ਅੰਤਿਮ ਦਿਨ ਦਾ ਅਲਟੀਮੇਟਮ ਦਿੱਤਾ। ਉਸ ਦਿਨ ਸਾਰਾ ਮੀਡੀਆ ਅੰਤਿਮ ਦਿਨ ਨੂੰ ਕਵਰਿੰਗ ਤੇ ਆਉਂਦਾ ਹੈ। ਉਹ ਅੰਤਿਮ ਦਿਨ ਆਈ ਹੈ ਕਵਰਿੰਗ ਤੇ, 9 ਦਿਨ ਪਹਿਲੇ ਕਿਉਂ ਨਹੀਂ ਆਈ? ਉਹਨੂੰ ਪਤਾ ਸੀ ਅਸੀਂ 9 ਦਿਨ ਤੇ ਬੈਠੇ ਹਾਂ। ਜੇ ਅਸੀਂ ਗਲਤ ਲੋਕ ਹਾਂ, ਪਹਿਲੇ ਦਿਨ ਆਵੇ, ਪਹਿਲੇ ਦਿਨ ਆ ਕੇ ਇੱਥੇ ਸਾਡੇ ਖਿਲਾਫ ਪ੍ਰਚਾਰ ਕਰੇ। ਅੰਤਿਮ ਦਿਨ ਆਉਣ ਦਾ ਮਕਸਦ ਇਹ ਸੀ ਕਿ ਤੁਸੀਂ ਸਾਰੇ ਭੈਣ ਭਰਾ ਅੱਜ ਆਣਾ ਸੀ, ਤੁਸੀਂ ਅੰਤਿਮ ਦਿਨ ਦੀ ਕਵਰਿੰਗ ਕਰਨੀ ਸੀ, ਉਹਨੂੰ ਫੁਟੇਜ ਮਿਲਣੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।